ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਿਆਸੀ ਸੋਕਾ ਪੰਜਾਬ ਵਿੱਚ ਵੱਜਣ ਲੱਗਾ ਬਿਜਲੀ ਦਾ ਮੁੱਢ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਦੇ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਨਾਲ ਬਿਜਲੀ ਦੀ ਮੰਗ ਵੀ ਜਿਹੜੀ ਹੈਗੀ ਹੈ ਲਗਾਤਾਰ ਵਧਣੀ ਸ਼ੁਰੂ ਹੋ ਚੁੱਕੀ ਹੈ। ਵੈਸੇ ਤਾਂ ਗੱਲ ਕਰੀਏ ਇਹ ਸਿਰਫ ਪੰਜਾਬ ਦਾ ਹੀ ਨਹੀਂ, ਪੂਰੇ ਦੇਸ਼ ਦੇ ਵਿੱਚ ਹੀ ਜਿਹੜਾ ਹੈਗਾ ਬਿਜਲੀ ਦਾ ਸੰਕਟ ਬਣਿਆ ਹੋਇਆ ਹੈ। ਪਰ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਜਿਹੜਾ ਹੈ ਉਹ ਸਿਰ 'ਤੇ ਆ ਖੜਾ ਹੈ ਅਤੇ ਇਸ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਜਿਹੜੀ ਹੈ ਝੋਨੇ ਦੇ ਸੀਜ਼ਨ 'ਚ ਹੋਰ ਵੱਧ ਜਾਏਗੀ। ਤੁਹਾਨੂੰ ਲੱਗਦਾ ਹੈ ਵੀ ਕਿ ਜੋ ਮੌਜੂਦਾ ਹਾਲਾਤ ਨੇ ਜਾਂ ਜੋ ਭਵਿੱਖ 'ਚ ਝੋਨੇ ਦਾ ਸੀਜ਼ਨ ਸਿਰ 'ਤੇ ਆ ਰਿਹਾ, ਪੰਜਾਬ ਸਰਕਾਰ ਜਿਹੜੀ ਇਹ ਬਿਜਲੀ ਦਾ ਸੰਕਟ ਹੈ ਇਸ ਨੂੰ ਪੂਰਾ ਕਰ ਸਕੇਗੀ? ਦੇਖੋ, ਇਸ ਵਾਰ ਉੱਤਰੀ ਭਾਰਤ 'ਚ ਅਤੇ ਖਾਸ ਕਰਕੇ ਮੱਧ ਭਾਰਤ ਦੇ ਹਿੱਸਿਆਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ, ਖਾਸ ਕਰਕੇ ਅਪ੍ਰੈਲ ਮਹੀਨੇ ਦੇ ਵਿੱਚ ਉਹ ਜ਼ਿਆਦਾ ਅਪ ਰਿਹਾ ਹੈ ਜੀ, ਅਤੇ ਉਹ ਅਜੇ ਵੀ ਜਾਰੀ ਹੈ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਉਂ-ਜਿਉਂ ਗਰਮੀ ਵੱਧ ਰਹੀ ਹੈ ਤਿਉਂ ਹੀ ਜਿਹੜੀ ਬਿਜਲੀ ਦੀ ਜਿਹੜੀ ਡਿਮਾਂਡ ਹੈ ਉਹ ਵੀ ਵੱਧ ਰਹੀ ਹੈ ਜੀ। ਇਸ ਵਾਰ ਇਕੱਲਾ ਪੰਜਾਬ ਨਹੀਂ ਬਲਕਿ ਸਮੁੱਚਾ ਦੇਸ਼ ਹੀ ਹੈ ਜਿਹੜਾ ਉਹ ਗਲੋਬਲ ਵਾਰਮਿੰਗ ਦੀ ਜਿਹੜੀ ਇੱਕ ਤਰ੍ਹਾਂ ਦੀ ਮਾਰ ਹੈ ਉਹ ਚੱਲ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਇਹ ਪਿਛਲਾ ਅਪ੍ਰੈਲ ਦਾ ਡਾਟਾ ਪ੍ਰਕਾਸ਼ਿਤ ਕੀਤਾ, ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਪਿਛਲੇ 120 ਸਾਲਾਂ ਦੇ ਵਿੱਚ ਦਾ ਰਿਕਾਰਡ ਹੈ ਜਿਹੜਾ ਅਪ੍ਰੈਲ ਮੰਥ ਨੇ ਤੋੜਿਆ ਜੀ, ਬਿਲਕੁਲ, ਕਿ ਕਿ ਅਪ੍ਰੈਲ ਮਹੀਨੇ ਦੇ ਵਿੱਚ ਸਭ ਤੋਂ ਜ਼ਿਆਦਾ ਗਰਮੀ ਪਈ ਹੈ। ਜਾਂ ਆਪਾਂ ਕਹਿ ਲਈਏ ਕਿ ਇਸ ਵਾਰ ਜਿਹੜੀ ਅਗੇਤੀ ਗਰਮੀ ਪਈ ਹੈ ਜਿਹਦੇ ਕਰਕੇ ਬਿਜਲੀ ਦੀ ਮੰਗ ਵੀ ਹੈ ਉਹ ਅਗੇਤੀ ਸ਼ੁਰੂ ਹੋ ਗਈ। ਆਪਣੇ ਘਰਾਂ ਦੇ ਵਿੱਚ ਵੀ ਜਿਹੜੇ ਏਸੀ ਅੱਗੇ ਮਈ ਜੂਨ 'ਚ ਹੀ ਆ ਕੇ ਚੱਲਦੇ ਸੀ ਉਹ ਐਤਕੀ ਅਪ੍ਰੈਲ ਦੇ ਵਿੱਚ ਸ਼ੁਰੂ ਹੋ ਗਏ, ਤਾਂ ਨੈਚੁਰਲੀ ਹੈ ਕਿ ਡਿਮਾਂਡ ਦੇ ਵਿੱਚ ਵਾਧਾ ਹੋਇਆ ਹੈ। ਤਾਂ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਪਿਛਲੇ, ਕਿਉਂਕਿ ਵਿੱਚ ਦੀ ਥੋੜ੍ਹੀ ਬਾਰਿਸ਼ ਹੋ ਗਈ ਸੀ ਉਹਦੇ ਕਰਕੇ ਥੋੜ੍ਹੀ ਰਾਹਤ ਵੀ ਜਿਹੜੀ ਮਿਲ ਗਈ ਸੀ, ਪਰ ਜਿਹੜੀ ਹੁਣ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਦੇ ਵਿੱਚ ਜਿਹੜਾ ਇੱਕ ਵਾਧਾ ਹੋ ਰਿਹਾ ਅਣਕਿਆਸਿਆ ਹੋਇਆ, ਉਹ ਤੋਂ ਜਿਹੜੇ ਬਿਜਲੀ ਮਾਹਰ ਹੈ ਉਹ ਕਾਫੀ ਚਿੰਤਤ ਨੇ ਔਰ ਫਿਕਰਮੰਦ ਨੇ। ਜੀ, ਔਰ ਪੰਜਾਬ ਦੇ ਜਿਹੜੇ ਬਿਜਲੀ ਵਿਭਾਗ ਨੇ ਜਾਂ ਆਪਾਂ ਕਹਿ ਲਈਏ ਪਾਵਰਕੌਮ ਨੇ ਲੰਘੇ ਕੱਲ੍ਹ ਤੋਂ ਅੱਜ ਵੀ ਫੀਲਡ ਦੇ ਵਿੱਚ ਇਸ ਗੱਲ ਦਾ ਜਿਹੜੀ ਘੋਖ ਕਰਨ ਲਈ ਆਪਣੇ ਅਧਿਕਾਰੀ ਭੇਜੇ ਨੇ ਕਿ ਦੇਖਿਆ ਜਾਵੇ ਕਿ ਇਹ ਮੰਗ ਹੈ ਜਿਹੜੀ ਇੱਕਦਮ ਕਿਵੇਂ ਵਧ ਗਈ ਹੈਗੀ ਹੈ। ਜੀ, ਜਿਵੇਂ ਕੱਲ੍ਹ ਟੈਂਪਰੇਚਰ ਅਪ ਹੋਇਆ ਉਹਦੇ ਨਾਲ ਹੀ 1000 ਮੈਗਾਵਾਟ ਹੈ ਜਿਹੜੀ ਡਿਮਾਂਡ ਹੈ ਉਹਦੇ ਵਿੱਚ ਵਾਧਾ ਹੋ ਗਿਆ। ਤਾਂ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਮੰਗ ਹੈ ਉਹ ਕਿਹੜੇ ਸੈਕਟਰ ਦੇ ਵਿੱਚ ਵਧੀ ਹੈ। ਅੱਜ ਹੈ ਜਿਹੜੇ ਇਹਨਾਂ ਦੇ ਅਧਿਕਾਰੀ ਹੈ, ਜਿਹੜੇ ਫੀਲਡ ਦੇ ਅਧਿਕਾਰੀ ਹੈ, ਉਹ ਇਸ ਗੱਲ ਦੀ ਗਰੇਡਾਂ 'ਤੇ ਜਾ ਕੇ ਜਾਂਚ ਕਰ ਰਹੇ ਨੇ ਕਿ ਡੋਮੈਸਟਿਕ ਦੇ ਵਿੱਚ ਇਹ ਬਿਜਲੀ ਦੀ ਮੰਗ ਵਧੀ ਹੈ ਜਾਂ ਐਗਰੀਕਲਚਰ ਦੇ ਵਿੱਚ ਵਧੀ ਹੈ ਜਾਂ ਕਮਰਸ਼ੀਅਲ ਸੈਕਟਰ ਦੇ ਵਿੱਚ ਇਹ ਮੰਗ ਦਾ ਜਿਹੜਾ ਵਾਧਾ ਹੋਇਆ ਇਹਨਾਂ। ਹੁਣ ਜਿਹਨਾਂ ਨੇ ਪਿਛਲਾ ਡਾਟਾ ਦਿੱਤਾ ਹੈਗਾ ਕਿ ਅਪ੍ਰੈਲ ਮਹੀਨੇ ਦੇ ਵਿੱਚ ਤਕਰੀਬਨ 32% ਹੈ ਜਿਹੜਾ ਉਹ ਬਿਜਲੀ ਦੀ ਡਿਮਾਂਡ ਹੈ ਜਿਹੜੀ ਉਹ ਵਧੀ ਹੈ। ਜਦੋਂ ਆਪਾਂ ਮਈ ਦੇ ਪਹਿਲੇ 10 ਦਿਨਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ 10 ਦਿਨਾਂ ਦੇ ਵਿੱਚ 38% ਹੈ ਜਿਹੜਾ ਬਿਜਲੀ ਦੀ ਮੰਗ ਦੇ ਵਿੱਚ ਵਾਧਾ ਹੋਇਆ ਹੈ। ਇਹ ਇਕੱਲਾ ਆਪਾਂ ਮੰਗਲਵਾਰ ਦੇ ਦਿਨ ਦੀ ਗੱਲ ਕਰੀਏ ਤਾਂ ਉਦੋਂ ਡਿਮਾਂਡ ਹੈ ਜਿਹੜੀ ਬਿਜਲੀ ਦੀ ਪੰਜਾਬ ਦੇ ਵਿੱਚ ਮੈਕਸਿਮ ਐਵਰੇਜ ਉਹ 9400 ਮੈਗਾਵਾਟ ਸੀ। ਜਦੋਂ ਆਪਾਂ ਇਹਨੂੰ ਪਿਛਲੇ ਸਾਲ ਨਾਲ ਕੰਪੇਅਰ ਕਰਦੇ ਹਾਂ ਸੇਮ ਡੇ ਨਾਲ, ਸੇਮ ਤਰੀਕ ਦੇ ਨਾਲ, ਤਾਂ ਉਦੋਂ 6100 ਸੀ। ਜੀ, ਤਾਂ ਮੰਗਲਵਾਰ ਵਾਲੇ ਦਿਨ ਜਿਹੜੀ ਬਿਜਲੀ ਦੀ ਡਿਮਾਂਡ ਦੇ ਵਿੱਚ ਕੰਪੈਰੇਟਿਵਲੀ ਲਾਸਟ ਈਅਰ ਉਸ ਦਿਨ ਦੇ 55% ਦਾ ਵਾਧਾ ਹੋਇਆ ਸੀ। ਇਹ ਆਤਿਸ਼ ਇਸ ਤਰ੍ਹਾਂ ਦਾ ਜਿਹੜਾ ਵਾਧਾ ਇੱਕਦਮ ਹੋਇਆ ਹੈ ਤਾਂ ਉਹਨੂੰ ਕਿਵੇਂ ਮੀਟ ਆਊਟ ਅਸੀਂ ਕਰਨਾ ਹੈ, ਕਿਸ ਤਰ੍ਹਾਂ ਜਿਹੜੀ ਡਿਮਾਂਡ ਹੈ ਉਹਨੂੰ ਕਿਵੇਂ ਅਸੀਂ ਉਹਦੀ ਪੂਰਤੀ ਕਰਨੀ ਹੈ। ਇਹ ਬਿਜਲੀ ਬੋਰਡ ਇਸ ਨੂੰ ਲੈ ਕੇ ਕਾਫੀ ਉਪਰਾਲੇ ਵੀ ਕਰ ਰਿਹਾ ਹੈ ਜਾਂ ਇਸ ਗੱਲ ਦੀ ਘੋਖ ਵੀ ਕਰ ਰਿਹਾ ਹੈ ਕਿ ਇਹ ਖੱਪੇ ਦੀ ਪੂਰਤੀ ਜਿਹੜਾ ਕਿੱਦਾਂ ਕੀਤੀ ਜਾ ਸਕਦੀ ਹੈਗੀ ਹੈ। ਇਕੱਲਾ ਇਹ ਨਹੀਂ ਕਿ ਵੀ 1000 ਮੈਗਾਵਾਟ ਹੀ ਵਧੀ ਹੈ, ਫਿਕਰ ਇਸ ਗੱਲ ਦਾ ਕਿ ਆਉਣ ਵਾਲੇ ਦਿਨਾਂ 'ਚ ਜਦੋਂ ਟੈਂਪਰੇਚਰ ਵਧੇਗਾ, ਜਿਵੇਂ ਹੁਣ ਪੰਜਾਬ ਦੇ ਵਿੱਚ 42 ਤੋਂ ਲੈ ਕੇ 45 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜਿਹੜਾ ਚੱਲ ਰਿਹਾ ਹੈ, ਤਾਂ ਉਹ ਕਿਆਸ ਕਰ ਰਹੇ ਨੇ ਕਿ ਅੱਗੇ ਜਦੋਂ ਝੋਨੇ ਦੀ ਲੁਆਈ ਸ਼ੁਰੂ ਹੋਣੀ ਹੈ ਤਾਂ ਬਿਜਲੀ ਡਿਮਾਂਡ ਤਾਂ ਉਦੋਂ ਹੋਰ ਬਹੁਤ ਜ਼ਿਆਦਾ ਉਹਦੇ 'ਚ ਵਾਧਾ ਹੋ ਜਾਣਾ ਹੈਗਾ ਅਤੇ ਉਸ ਦੀ ਪੂਰਤੀ ਕਰਨੀ ਤਾਂ ਬਹੁਤ ਮੁਸ਼ਕਿਲ ਹੋ ਜਾਣੀ ਹੈਗੀ ਹੈ। ਤਾਂ ਇਹਦੇ ਮੇਨ ਕਾਰਨ ਜਿਹੜੇ ਸਮਝੇ ਜਾ ਰਹੇ ਨੇ
ਪੂਰੇ ਨਾਰਥ ਦੇ ਵਿੱਚ ਜਾਂ ਆਪਾਂ ਮਿਡਲ ਦੇ ਵਿੱਚ ਕਹਿ ਦਈਏ ਤਾਂ ਉਹ ਇਹੀ ਹੈ ਕਿ ਇਸ ਵਾਰ ਜਿਹੜੀ ਗਰਮੀ ਹੈ ਉਹ ਅਗੇਤ ਨਾਲ ਪੈਣੀ ਸ਼ੁਰੂ ਹੋ ਗਈ। ਟੈਂਪਰੇਚਰ ਜ਼ਿਆਦਾ ਅਪ ਹੋ ਗਿਆ ਅਤੇ ਖਾਸ ਕਰਕੇ ਇੱਕ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਇਸੇ ਮਾਰਚ ਮਹੀਨੇ ਦੇ ਵਿੱਚ ਆਈ ਹੈ। ਆਤਿਸ਼, ਜਦੋਂ ਅਸੀਂ ਉਹਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਉਹਦੇ ਵਿੱਚ ਇੱਕ ਅੰਕੜਾ ਸਾਹਮਣੇ ਆਉਂਦਾ ਹੈਗਾ। ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਜਿਹੜੇ 70% ਘਰ ਹੈਗੇ ਨੇ ਉਹਨਾਂ ਦੇ ਵਿੱਚ ਏਸੀ ਮੌਜੂਦ ਨੇ। ਜੀ ਬਿਲਕੁਲ। ਪਹਿਲਾਂ ਏਸੀਆਂ ਦੀ ਗਿਣਤੀ ਪਿੰਡਾਂ ਦੇ ਵਿੱਚ ਖਾਸ ਕਰਕੇ ਕਾਫੀ ਘੱਟ ਹੁੰਦੀ ਸੀ, ਹੁਣ ਸ਼ਹਿਰਾਂ 'ਚ ਵੀ ਹੈਗੀ ਆ, ਹੁਣ ਪਿੰਡਾਂ 'ਚ ਵੀ ਏਸੀ ਹੈ ਜਿਹੜੀ ਕਾਫੀ ਸੇਲ ਹੋਣ ਲੱਗੇ ਨੇ। ਜਿਹੜੀਆਂ ਕੰਪਨੀਆਂ ਉਹਨਾਂ ਦਾ ਆਪਣਾ ਇਹ ਫਿਗਰ ਹੈਗੀ ਹੈ ਕਿ ਇਕੱਲੇ ਅਪ੍ਰੈਲ ਮਹੀਨੇ ਦੇ ਵਿੱਚ 33 ਤੋਂ ਲੈ ਕੇ 35% ਹੈ ਜਿਹੜੀ ਏਸੀਆਂ ਦੀ ਜਿਹੜੀ ਸੇਲ ਹੈ ਉਹ ਵਧ ਗਈ ਹੈ। ਔਰ ਇੱਕ ਹੈਰਾਨੀ ਕਰਨ ਵਾਲਾ ਜਿਹੜਾ ਤੱਥ ਇਹ ਵੀ ਹੈ ਕਿ ਪੰਜਾਬ ਦੇ 87% ਜਿਹੜੇ 87% ਘਰਾਂ ਦੇ ਵਿੱਚ ਰੈਫਰੀਜਰੇਟਰ ਨੇ। ਚਾਹੇ ਠੀਕ ਹੈ, ਇਹ ਸਾਡੀ ਇੱਕ ਲੋੜ ਬਣ ਗਈ ਹੈਗੀ ਅੱਜ ਦੇ ਹਿਸਾਬ ਨਾਲ। ਸੁੱਖ ਸੁਵਿਧਾਵਾਂ ਹਰ ਕਿਸੇ ਕੋਲੇ ਆਪਦੀ ਲੋੜ ਦੇ ਮੁਤਾਬਕ ਹੋਣੀ ਚਾਹੀਦੀ ਹੈਗੀ ਹੈ, ਪਰ ਇਸ ਨੇ ਚੰਡੀਗੜ੍ਹ ਨੂੰ ਵੀ ਪਿਛਾਂਹ ਛੱਡ ਦਿੱਤਾ, ਦਿੱਲੀ ਨੂੰ ਵੀ ਪਿਛਾਂਹ ਛੱਡ ਦਿੱਤਾ। ਤਾਂ ਜਦੋਂ ਸਾਡੇ ਇਸ ਤਰ੍ਹਾਂ ਡੋਮੈਸਟਿਕ ਦੇ ਵਿੱਚ ਵੀ ਜਿਹੜੀ ਕੰਜ਼ੰਪਸ਼ਨ ਵਾਲੀਆਂ ਚੀਜ਼ਾਂ ਆ ਜਾਣਗੀਆਂ ਤਾਂ ਉਹ ਤੋਂ ਲੱਗਦਾ ਕਿ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਗਰਮੀ ਪੈਣ ਕਰਕੇ ਘਰੇਲੂ ਬਿਜਲੀ ਦੀ ਜਿਹੜੀ ਖਪਤ ਹੈ ਉਹ ਵਧੀ ਹੈਗੀ ਹੈ। ਇਹਦੇ ਨਾਲ ਹੀ ਇਹ ਕਹਿ ਰਹੇ ਨੇ ਕਿ ਜਿਹੜੀ ਖੇਤੀ ਸੈਕਟਰ ਦੇ ਵਿੱਚ ਵੀ, ਕਿਉਂਕਿ ਮੂੰਗੀ ਦੀ ਬਿਜਾਈ ਹੋਈ ਵੀ ਹੈ ਅਤੇ ਤੁਹਾਡੀ ਮੱਕੀ ਦੀ ਹੈਗੀ ਹੈ, ਉਹਦਾ ਕਰਕੇ ਮੁਕਾਬਲਤਨ ਪਿਛਲੇ ਸਾਲ ਦੇ ਖੇਤੀ ਸੈਕਟਰ ਦੇ ਵਿੱਚ ਵੀ ਇਸ ਵਾਰ ਹੈ ਜਿਹੜੀ ਝੋਨੇ ਦੀ ਲੁਆਈ ਤੋਂ ਪਹਿਲਾਂ ਜਿਹੜੀ ਬਿਜਲੀ ਦੀ ਖਪਤ ਹੈ ਉਹਦੇ ਵਿੱਚ ਵਾਧਾ ਹੋਇਆ। ਇੱਕ ਇਹ ਹੈ ਕਿ ਅਸੀਂ ਪਿਛਲੇ ਟਾਈਮ ਦੇ ਵਿੱਚ ਕੋਵਿਡ ਦੀ ਦੌਰ ਦੇ ਵਿੱਚ ਦੀ ਗੁਜ਼ਰੇ ਹੈਗੇ ਹਾਂ। ਉਸ ਟਾਈਮ ਤਾਂ ਕਾਫੀ ਇੰਡਸਟਰੀ ਵੀ ਜਿਹੜੀ ਬੰਦ ਰਹੀ ਹੈਗੀ ਹੈ। ਹੁਣ ਜਦੋਂ ਸਾਡੀ ਇੰਡਸਟਰੀ ਰਿਵਾਈਵ ਹੋ ਰਹੀ ਹੈ, ਅਰਥਚਾਰਾ ਮੁੜ ਪੈਰਾਂ 'ਤੇ ਖੜਾ ਹੋ ਰਿਹਾ ਹੈ, ਤਾਂ ਉਹਦੇ ਨਾਲ ਵੀ ਜਿਹੜੀ ਡਿਮਾਂਡ ਹੈ ਬਿਜਲੀ ਦੀ ਉਹ ਵਧਣ ਲੱਗੀ ਹੈਗੀ ਹੈ। ਇਹਦੇ ਨਾਲ ਆਤਿਸ਼ ਇੱਕ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਸਾਡੇ ਪਿਛਲੇ ਟਾਈਮ ਦੇ ਵਿੱਚੋਂ ਇਸ ਤਰ੍ਹਾਂ ਦਾ ਪ੍ਰਚਲਨ ਬਣ ਗਿਆ ਕਿ ਬਿਜਲੀ ਚੋਰੀ ਬਹੁਤ ਹੋ ਜਾਂਦੀ ਹੈ। ਜਿਸ ਤਰ੍ਹਾਂ ਮੁਫਤ ਦਾ ਰੁਝਾਨ ਚੱਲਿਆ ਹੈ, ਹੁਣ ਪੰਜਾਬ ਇੱਕ ਇਹੋ ਜਿਹਾ ਸੂਬਾ ਹੈਗਾ ਕਿ ਜਿੱਥੇ ਮੁਫਤ ਦੇਣ ਵਾਲੇ ਵੀ ਹੈਗੇ ਨੇ ਤੇ ਮੁਫਤ ਲੈਣ ਵਾਲੇ ਵੀ ਹੈਗੇ ਨੇ। ਤਾਂ ਇਹ ਦੋਨਾਂ ਧਿਰਾਂ ਨੂੰ ਜਿਹੜੇ ਮੌਜੂਦਾ ਸੰਕਟ ਦੇ ਦੌਰਾਨ ਸੋਚਣਾ ਪੈਣਾ ਹੈਗਾ। ਉਹਨਾਂ ਨੂੰ ਸੋਚਣਾ ਨਹੀਂ ਬਲਕਿ ਉਹਨਾਂ ਨੂੰ ਸੰਜਮ ਵਰਤਣੀ ਪੈਣੀ ਹੈ। ਜਿੱਥੇ ਸਰਕਾਰਾਂ ਦਾ ਫਰਜ਼ ਬਣਦਾ ਹੈ ਉੱਥੇ ਸਾਡਾ ਇੰਡੀਵਿਜੂਅਲੀ ਬਤੌਰ ਨਾਗਰਿਕ ਇਖਲਾਕੀ ਤੌਰ 'ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਕੰਟਰੀਬਿਊਟ ਕਰੀਏ। ਤਾਂ ਬਿਜਲੀ ਚੋਰੀ ਪੰਜਾਬ ਦੇ ਵਿੱਚ ਤਕਰੀਬਨ 1200 ਕਰੋੜ ਰੁਪਏ ਦੀ ਹੋ ਜਾਂਦੀ ਹੈ। ਮੈਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਜਿਹੜੀ ਬਿਜਲੀ ਚੋਰੀ ਨੂੰ ਲੈ ਕੇ, ਕੰਟਰਾਸਟ ਬੜਾ ਮੇਰੇ ਧਿਆਨ ਸਾਹਮਣੇ ਆਇਆ ਕਿ ਕੱਲ੍ਹ ਇੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਛਾਪਾ ਪਿਆ ਹੈਗਾ। ਉੱਥੇ ਸੁਰ ਸਿੰਘ ਸਬ ਡਿਵੀਜ਼ਨ ਹੈਗੀ ਹੈ, ਉਹਦੇ ਵਿੱਚ ਬਿਜਲੀ ਬੋਰਡ ਦੇ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੇ ਛਾਪਾ ਮਾਰਿਆ। ਉੱਥੇ ਇੱਕ ਧਾਰਮਿਕ ਸੰਸਥਾ ਹੈ, ਉਹ ਧਾਰਮਿਕ ਸੰਸਥਾ ਦੇ ਵਿੱਚ ਟੋਟਲੀ ਕੁੰਡੀ ਕਨੈਕਸ਼ਨ ਚੱਲ ਰਿਹਾ ਸੀ। ਉਸ ਸੰਸਥਾ ਵਾਲਿਆਂ ਨੇ ਆਪਣੇ ਜਿਹੜੇ ਉੱਪਰ ਇੱਕ ਟਰਾਂਸਫਾਰਮਰ ਰੱਖਿਆ ਹੋਇਆ ਸੀਗਾ 11 KVA ਦਾ, ਅਤੇ ਉਹਨਾਂ ਨੇ 11 KV ਦੀ ਸਿੱਧੀ ਲਾਈਨ ਤੋਂ ਸਿੱਧੀ ਜਿਹੜੀ ਕੁੰਡੀ ਹੈ ਉਹ ਲਾਈ ਹੋਈ ਸੀ। ਅਤੇ ਜਦੋਂ ਉਹਦੀ ਜਾਂਚ ਵੈਸੇ ਪੂਰੀ ਕਰਨ ਨਹੀਂ ਦਿੱਤੀ, ਪਰ ਜਿੰਨੀ ਕੁ ਅਧਿਕਾਰੀਆਂ ਨੇ ਜਾਂਚ ਕੀਤੀ ਜਾਂ ਰਿਪੋਰਟ ਕੀਤੀ ਉਹਦੇ ਵਿੱਚ ਇਹ ਆਇਆ ਕਿ ਉਸ ਸੰਸਥਾ ਵਿੱਚ 17 AC ਚੱਲ ਰਹੇ ਸੀ, 7 ਗੀਜ਼ਰ ਚੱਲ ਰਹੇ ਸੀ, 200 ਬਲਬ ਚੱਲ ਰਹੇ ਸੀਗੇ। ਇਸ ਤਰ੍ਹਾਂ ਹੋਰ ਫੈਨ ਹੈ ਜਿਹੜੇ ਉਹ ਅਣਗਿਣਤ ਚੱਲ ਰਹੇ ਸੀਗੇ। ਅਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਧਾਰਮਿਕ ਸੰਸਥਾ ਜਿਹੜੀ ਇਖਲਾਕ ਦੀ ਗੱਲ ਕਰਦੀ ਹੋਏਗੀ, ਲੋਕਾਂ ਨੂੰ ਇਖਲਾਕ ਦਾ, ਨੈਤਿਕਤਾ ਦਾ ਪਾਠ ਪੜ੍ਹਾਉਂਦੀ ਹੋਏਗੀ, ਉਹ ਖੁਦ ਜਿਹੜੀ ਬਿਜਲੀ ਚੋਰੀ ਕਰਦੀ ਫੜੀ ਗਈ। ਔਰ ਉਹਨਾਂ ਦੇ ਜਿਹੜੇ ਪ੍ਰਬੰਧਕ ਹੈ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਇੱਕ ਸਾਬਕਾ ਜਿਹੜਾ ਕੇਂਦਰੀ ਮੰਤਰੀ ਹੈ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ, ਕਿ ਉਸ ਦੀ ਬਦੌਲਤ ਉਹਨਾਂ ਦੀ ਕਿਰਪਾ ਸਦਕਾ ਅਸੀਂ ਇਹ ਟਰਾਂਸਫਾਰਮਰ ਹੈ ਜਿਹੜਾ ਰੱਖਿਆ ਸੀਗਾ। ਔਰ ਪਿਛਲੇ ਇੰਨੇ ਸਾਲਾਂ ਤੋਂ ਇਹ ਬਿਜਲੀ ਚੋਰੀ ਚੱਲ ਰਹੀ ਸੀ। ਇੱਕ ਵੱਡੀ ਸੰਸਥਾ ਦੇ ਵਿੱਚ ਇੱਦਾਂ ਦੀ ਬਿਜਲੀ ਚੋਰੀ, ਇੱਕ ਪਾਸੇ ਤਾਂ ਇਹ ਹੈ ਕਿ ਧਾਰਮਿਕ ਸੰਸਥਾ ਵਾਲੇ ਬਿਜਲੀ ਚੋਰੀ ਕਰ ਰਹੇ ਨੇ, ਦੂਜੇ ਪਾਸੇ ਇਹਦੇ ਕੰਟਰਾਸਟ 'ਚ ਆਪਾਂ ਇੱਕ ਧਿਆਨ 'ਚ ਮਸਲਾ ਆਇਆ ਕਿ ਕੱਲ੍ਹ ਜਦੋਂ ਬਿਜਲੀ ਮੰਤਰੀ ਦੀ ਮੀਟਿੰਗ ਚੱਲ ਰਹੀ ਸੀ ਤਾਂ ਉਹਦੇ ਵਿੱਚ ਵੀ ਇਹ ਗੱਲ ਹੈ ਜਿਹੜੀ ਪੁਆਇੰਟ ਆਊਟ ਹੋਈ ਹੈ। ਇੱਧਰ ਬਰਗਾੜੀ ਵਾਲੀ ਸਾਈਡ ਫਰੀਦਕੋਟ ਦੇ ਵਿੱਚ ਜਦੋਂ ਬਿਜਲੀ ਚੋਰੀ ਰੋਕਣ ਦੇ ਲਈ ਕਿਤੇ ਬਿਜਲੀ ਚੋਰੀ ਹੋ ਰਹੀ ਸੀਗੀ, ਸ਼ਾਇਦ ਜੈਤੋ ਹਲਕੇ ਦੀ ਗੱਲ ਹੈਗੀ ਹੈ, ਉੱਥੋਂ ਦਾ ਇੱਕ ਗੁਰਸਿੱਖ ਜਿਹੜਾ JE ਸੀ ਉਸਨੇ ਕਿਸੇ ਦਾ ਬਿਜਲੀ ਦਾ ਜਿਹੜਾ ਕਨੈਕਸ਼ਨ ਹੈ ਉਹ ਕੱਟਤਾ। ਹੋ ਸਕਦਾ ਡਿਫਾਲਟਿੰਗ ਅਮਾਊਂਟ ਖੜੀ ਹੋਏਗੀ, ਅਧਿਕਾਰੀਆਂ ਨੇ ਕਿਹਾ ਕਿ ਕਨੈਕਸ਼ਨ ਕੱਟਿਆ ਜਾਵੇ ਤਾਂ ਉਹਨੇ ਕੱਟ ਦਿੱਤਾ। ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇੱਕ ਬਦਲਾਅ ਦੀ ਗੱਲ ਕਰਦੀ ਹੈਗੀ ਹੈ, ਤਾਂ ਉਹਨਾਂ ਦੇ ਇੱਕ ਵਿਧਾਇਕ ਨੇ ਉਸ JE ਨੂੰ ਕਿਹਾ ਕਿ ਤੁਸੀਂ ਆਪਣਾ ਕਨੈਕਸ਼ਨ ਹੈ ਜਿਹੜਾ ਰਿਵਾਈਵ ਕਰੋ, ਕਿਉਂਕਿ ਸਾਡਾ ਵਲੰਟੀਅਰ ਹੈਗਾ।
ਤਾਂ ਉਹ ਜੇਈ ਨੇ ਕਿਹਾ ਕਿ ਮੈਂ ਰਿਵਾਈਵ ਨਹੀਂ ਕਰਨਾ ਕਿਉਂਕਿ ਮੈਨੂੰ ਅਧਿਕਾਰੀਆਂ ਦਾ ਹੁਕਮ ਹੈ ਔਰ ਇਹ ਸਾਡੀ ਗੈਰ ਕਾਨੂੰਨੀ ਗੱਲ ਹੈ ਅਤੇ ਬਿਜਲੀ ਚੋਰੀ ਫੜੀ ਗਈ ਹੈ ਜਾਂ ਇਹਨਾਂ ਨੇ ਡਿਫਾਲਟਿੰਗ ਅਮਾਊਂਟ ਨਹੀਂ ਭਰੀ। ਤਾਂ ਪਤਾ ਲੱਗਿਆ ਕਿ ਉਸ ਦੀ ਬਦਲੀ ਹੈ ਜਿਹੜੀ ਰਾਤੋਂ ਰਾਤ ਹੈ ਜਿਹੜੀ ਉਹ ਮਾਝੇ ਦੀ ਕਰ ਦਿੱਤੀ ਗਈ। ਤਾਂ ਇਹ ਦੇਖੋ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਬਿਜਲੀ ਚੋਰੀ ਇੱਕ ਧਾਰਮਿਕ ਸੰਸਥਾ ਬਿਜਲੀ ਚੋਰੀ ਕਰ ਰਹੀ ਹੈ, ਦੂਜੇ ਪਾਸੇ ਇੱਕ ਗੁਰਸਿੱਖ ਬੰਦਾ ਹੀ ਹੈ ਜਿਹੜਾ ਬਿਜਲੀ ਚੋਰੀ ਰੋਕਣ ਗਿਆ ਅਤੇ ਉਹਦੇ ਨਾਲ ਇਸ ਕਿਸਮ ਦਾ ਵਰਤਾਓ ਹੈ ਜਿਹੜਾ ਹੋਇਆ ਹੈ। ਤਾਂ ਮੁੱਖ ਮੰਤਰੀ ਨੂੰ ਵੀ ਚਾਹੀਦਾ ਹੈਗਾ, ਹਾਲਾਂਕਿ ਮੁੱਖ ਮੰਤਰੀ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਤਾੜਿਆ ਹੋਇਆ ਹੈ ਕਿ ਕੋਈ ਇਸ ਕਿਸਮ ਦਾ ਕੋਈ ਗੱਲ ਨਹੀਂ ਹੋਣੀ ਚਾਹੀਦੀ, ਪਰ ਇਸ ਦੇ ਬਾਵਜੂਦ ਵੀ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਅਤੇ ਹੋ ਸਕਦਾ ਕਿ ਕੋਈ ਕੱਲ੍ਹ ਜਦੋਂ ਮੀਟਿੰਗ 'ਚ ਮਸਲਾ ਉੱਠਿਆ ਅਤੇ ਬਿਜਲੀ ਮੰਤਰੀ ਦੇ ਮਸਲਾ ਧਿਆਨ 'ਚ ਹੋਏਗਾ। ਜੇ ਇਸ ਤਰ੍ਹਾਂ ਤੁਹਾਡੇ ਮੁਲਾਜ਼ਮ ਤੁਹਾਡੇ ਆਫਿਸਰ ਡਿਮੋਰਲਾਈਜ਼ ਹੋਣਗੇ ਤਾਂ ਫਿਰ ਬਿਜਲੀ ਚੋਰੀ ਕਿਵੇਂ ਰੁਕੇਗੀ। ਹਾਲਾਂਕਿ ਇਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਇਸ ਮਸਲੇ ਨੂੰ ਲੈ ਕੇ ਕਾਫੀ ਸਖਤ ਹੈਗੀ ਹੈ, ਉਹਨਾਂ ਦੀਆਂ ਸਖਤ ਹਦਾਇਤਾਂ ਨੇ ਔਰ ਉਹਨਾਂ ਨੇ ਪਿਛਲੇ ਟਾਈਮ ਦੇ ਵਿੱਚ ਆਪਾਂ ਦੇਖਿਆ ਹੈ ਕਿ ਜਿਹੜੇ ਵੱਡੇ ਡਿਫਾਲਟਰ ਹੈ ਉੱਥੋਂ ਗੱਲ ਸ਼ੁਰੂ ਕੀਤੀ ਸੀ, ਉਹਨਾਂ ਨੇ ਵੱਡੇ ਡਿਫਾਲਟਰਾਂ ਨੂੰ ਹੱਥ ਵੀ ਪਾਇਆ, ਉਹਨਾਂ ਨੇ ਬਹੁਤ ਸਾਰੀਆਂ ਸਿਫਾਰਿਸ਼ਾਂ ਨੂੰ ਦਰਕਿਨਾਰ ਵੀ ਕੀਤਾ। ਪਰ ਲੋੜ ਇਸ ਗੱਲ ਦੀ ਹੈ ਕਿ ਜਦੋਂ ਇਸ ਕਿਸਮ ਦਾ ਮਾਹੌਲ ਬਣਿਆ ਹੋਵੇ, ਬਿਜਲੀ ਸੰਕਟ ਹੈ ਜਿਹੜਾ ਪੰਜਾਬ ਝੱਲ ਰਿਹਾ ਹੋਵੇ ਅਤੇ ਆਉਣ ਵਾਲਾ ਅਸੀਂ ਕਿਆਸ ਕਰ ਰਹੇ ਹਾਂ ਕਿ ਇਸ ਕਿਸਮ ਦੀ ਜਿਹੜੀ ਹੈ ਕਿ ਲੋਕਾਂ ਨੂੰ ਬਿਜਲੀ ਸੰਕਟ ਨਾ ਝੱਲਣਾ ਅੱਗੇ ਤੇ ਪ੍ਰਬੰਧ ਕੀਤੇ ਜਾਣ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਹੁਣੇ ਦੱਸ ਕੇ ਹਟਿਓ ਵੀ ਕਿ ਆਉਣ ਵਾਲੇ ਦਿਨਾਂ 'ਚ ਬਿਜਲੀ ਦਾ ਹੋਰ ਮਾੜਾ ਹਾਲ ਹੋ ਸਕਦਾ ਹੈ, ਅਸੀਂ ਜਾਣਨਾ ਚਾਹਾਂਗੇ ਵੀ ਕਿ ਬਿਜਲੀ ਵਿਭਾਗ ਵੱਲੋਂ ਇਸ ਸੰਕਟ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਇਹ ਪ੍ਰਬੰਧ ਕੀਤੇ ਜਾ ਰਹੇ ਹਨ, ਕੀ ਕੁਝ ਕੀਤਾ ਜਾ ਰਿਹਾ? ਦੇਖੋ, ਜਦੋਂ ਪਾਵਰਕਾਮ ਨੂੰ ਇਸ ਗੱਲ ਦਾ ਇਲਮ ਹੈਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਿਜਲੀ ਸੰਕਟ ਹੈ ਜਿਹੜਾ ਉਹ ਹੋਰ ਗਹਿਰਾ ਹੋਏਗਾ, ਤਾਂ ਹੁਣ ਪਾਵਰਕਾਮ ਦੇ ਕੁਛ ਗੱਲ ਤਾਂ ਹੱਥ 'ਚ ਹੈਗੀ ਹੈ, ਕੁਛ ਉਹਨਾਂ ਦੇ ਬਿਤੋਂ ਬਾਹਰ ਹੈਗੀ ਹੈ। ਟੋਟਲੀ ਗੱਲ ਹੈ ਜਿਹੜੀ ਉਹ ਮੌਨਸੂਨ 'ਤੇ ਟਿਕੀ ਹੋਈ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਇਸ ਵਾਰ ਤਾਂ ਜਿਹੜਾ ਹੈਗਾ ਉਹ ਰੱਬ ਹੀ ਰੱਖ ਹੈ। ਜੀ ਬਿਲਕੁਲ। ਜੇ ਇੰਦਰ ਦੇਵਤਾ ਦੀ ਕਿਰਪਾ ਹੋ ਗਈ, ਮੌਨਸੂਨ ਟਾਈਮਲੀ ਆ ਗਿਆ ਤਾਂ ਬਿਜਲੀ ਸੰਕਟ ਹੈ ਜਿਹੜਾ ਟਲ ਵੀ ਜਾਏਗਾ। ਜੇ ਕਿਤੇ ਮੌਨਸੂਨ ਨਾ ਆਤਿਸ਼ ਇਸ ਵਾਰ ਆਇਆ ਗਾ ਨਾ ਜਾਂ ਲੇਟ ਆਈ ਮੌਨਸੂਨ ਤਾਂ ਕਾਫੀ ਪ੍ਰੋਬਲਮ ਕ੍ਰੀਏਟ ਹੋ ਜਾਏਗੀ। ਤਾਂ ਇਹ ਅੰਦਾਜ਼ਾ ਲਾਇਆ ਇਸ ਵਾਰ ਕਿ ਜਿਹੜੀ ਬਿਜਲੀ ਦੀ ਡਿਮਾਂਡ ਹੈ ਉਹ 15,000 ਮੈਗਾਵਾਟ ਹੈ ਜਿਹੜੀ ਉਹ ਚਲੀ ਜਾਏਗੀ। ਉਹ ਉਦੋਂ ਚਲੀ ਜਾਏਗੀ ਜੇ ਮੌਨਸੂਨ ਆਇਆ। ਜੇ ਮੌਨਸੂਨ ਨਾ ਆਇਆ ਤਾਂ ਇਸ ਤੋਂ ਫਿਰ ਜ਼ਿਆਦਾ ਕੋਈ ਕਿਆਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਸ ਤਰ੍ਹਾਂ ਹੁਣ ਕਦੇ 32 ਵੱਧ ਰਹੀ ਹੈ, ਕਦੇ 38% ਦੀ ਡਿਮਾਂਡ ਹੈ ਜਿਹੜੀ ਉਹਦੇ ਵਿੱਚ ਵਾਧਾ ਹੋ ਰਿਹਾ ਹੈ, ਤਾਂ ਫਿਰ ਗੱਲ ਬਿਤੋਂ ਬਾਹਰ ਹੋ ਜਾਏਗੀ। ਕਿਉਂਕਿ ਇਹਦੇ ਲਈ ਪਾਵਰਕਾਮ ਦੇ ਵੀ ਆਪਣੇ ਇੱਕ ਰਿਸੋਰਸਿਸ ਹੈਗੇ ਨੇ। ਪਾਵਰਕਾਮ ਹੈ ਜਿਹੜਾ ਉਹ 8500 ਮੈਗਾਵਾਟ ਹੈ ਜਿਹੜੀ ਉਹ ਬਾਹਰਲੇ ਸੋਰਸਿਸ ਤੋਂ ਬਿਜਲੀ ਲੈਂਦਾ ਹੈਗਾ, ਸੈਂਟਰਲ ਪੂਲ ਤੋਂ ਬਿਜਲੀ ਲੈਂਦਾ ਹੈ, ਜਾਂ ਸਾਡੀ ਬਾਹਰੋਂ ਪੰਜਾਬ ਤੋਂ ਬਾਹਰੋਂ ਬਿਜਲੀ ਲੈਣ ਦੀ ਜਿਹੜੀ ਕਪੈਸਿਟੀ ਹੈ, ਟਰਾਂਸਮਿਸ਼ਨ ਸਮਰੱਥਾ ਹੈਗੀ ਹੈ, ਉਹ 8500 ਮੈਗਾਵਾਟ ਹੈ, ਉਸ ਤੋਂ ਵੱਧ ਲਈ ਨਹੀਂ ਜਾ ਸਕਦੀ। ਉਹ ਵੀ ਹੁਣ ਵਾਧਾ ਹੋਇਆ ਹੈ। ਅਤੇ 6500 ਮੈਗਾਵਾਟ ਹੈ ਜਿਹੜੀ ਉਹ ਆਤਿਸ਼ ਬਿਜਲੀ ਹੈ ਜਿਹੜੀ ਸਾਡੇ ਵਿਦਨ ਸਟੇਟ ਹੈ ਜਿਹੜੀ ਅਲੱਗ-ਅਲੱਗ ਸਰੋਤਾਂ ਤੋਂ ਜਿਹੜੀ ਪੈਦਾ ਹੁੰਦੀ ਹੈ। ਤਾਂ ਸਾਡੇ ਕੋਲ ਟੋਟਲ ਪ੍ਰਬੰਧ ਹੈ ਜਿਹੜਾ ਉਹ 15,000 ਮੈਗਾਵਾਟ ਦਾ ਹੈ। ਇਹ ਤਾਂ ਰਹੇਗਾ ਪ੍ਰਬੰਧ ਇਹ ਕਾਇਮ ਜੇ ਮੌਨਸੂਨ ਆਏਗੀ। ਜੇ ਮੌਨਸੂਨ ਨਾ ਆਈ ਤਾਂ ਫਿਰ ਹੱਥ ਖੜੇ ਹੋਣਗੇ। ਤਾਂ ਫਿਰ ਕੀ ਕਰਨਾ ਪਏਗਾ? ਫਿਰ ਪਾਵਰ ਕੱਟ ਲੱਗਣਗੇ, ਬਿਲਕੁਲ ਸ਼ਹਿਰਾਂ 'ਚ ਵੀ ਲੱਗਣਗੇ, ਪਿੰਡਾਂ ਦੇ ਵਿੱਚ ਵੀ ਲੱਗਣਗੇ। ਤਾਂ ਉਹਦੇ ਲਈ ਵੀ ਸਾਨੂੰ ਤਿਆਰ ਹੋ ਜਾਣਾ ਚਾਹੀਦਾ ਫਿਰ, ਕਿਉਂਕਿ 2009 ਦੇ ਵਿੱਚ ਜਦੋਂ ਵੀ ਸੰਕਟ ਬਣੇ ਨੇ ਤਾਂ ਸਰਕਾਰਾਂ ਕੁਛ ਹੋਰ ਵੀ ਪੈਂਤੜੇ ਲੈਂਦੀਆਂ ਰਹੀਆਂ ਨੇ। ਜਿਸ ਤਰ੍ਹਾਂ 2009 ਦੇ ਵਿੱਚ ਤੁਹਾਡੇ ਚੇਤੇ ਹੋਏਗਾ ਕਿ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੇ AC ਹੈ ਉਹ ਬੰਦ ਕਰਾ ਦਿੱਤੇ ਗਏ ਸੀ। ਬਿਲਕੁਲ। ਪਰ ਕਿਉਂਕਿ ਖੇਤੀ ਸੈਕਟਰ ਨੂੰ, ਕਿਸਾਨਾਂ ਨੂੰ ਸਰਕਾਰਾਂ ਦੀ ਪ੍ਰਾਇਓਰਟੀ ਰਹਿੰਦੀ ਹੈਗੀ ਹੈ, ਖੇਤੀ ਸੈਕਟਰ ਨੂੰ ਜਿਹੜੀ ਬਿਜਲੀ ਦੇਣੀ ਹੁੰਦੀ ਹੈ ਝੋਨੇ ਦੀ ਲੁਆਈ ਦੇ ਮੌਕੇ, ਇਸ ਕਰਕੇ ਫਿਰ ਬਾਕੀ ਧਿਰਾਂ ਨੂੰ ਜਿਹੜਾ ਭੁਗਤਣ ਲਈ ਜਿਹੜਾ ਤਿਆਰ ਰਹਿਣਾ ਪਏਗਾ। ਪਾਵਰਕਾਮ ਨੇ ਕੁਛ ਪ੍ਰਬੰਧ ਕੀਤੇ ਵੀ ਨੇ, ਜਿਵੇਂ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਝੋਨੇ ਦੀ ਲੁਆਈ ਵੇਲੇ ਤੁਹਾਨੂੰ 1500 ਮੈਗਾਵਾਟ ਹੈ ਜਿਹੜੀ ਬਿਜਲੀ ਹੈ ਉਹ ਦੇਵਾਂਗੇ। ਇਸ ਤਰ੍ਹਾਂ ਕੋਲਾ ਸੰਕਟ ਹੈ, ਕਿਉਂਕਿ ਮੇਨ ਤਾਂ ਕੋਲੇ ਕਰਕੇ ਹੀ ਹੈ। ਬਿਲਕੁਲ। ਸਮੁੱਚੇ ਦੇਸ਼ ਦੇ ਵਿੱਚ 70% ਦੀ ਜਿਹੜੇ ਥਰਮਲ ਪਲਾਂਟ ਹੈ ਉਹ ਕੋਲਾ ਵੇਸਡ ਨੇ, ਅਤੇ ਇਸ ਵਾਰ ਕੋਲੇ ਦਾ ਸੰਕਟ ਹੈ। ਕੋਲਾ ਮਹਿੰਗਾ ਵੀ ਬਹੁਤ ਹੈ, ਅਤੇ ਕੇਂਦਰ ਸਰਕਾਰ ਨੇ ਕਹਿਤਾ ਕਿ ਤੁਸੀਂ ਪਹਿਲਾਂ 4% ਦੀ ਕੋਲਾ ਇੰਪੋਰਟਡ ਕੋਲ ਯੂਜ਼ ਕਰਦੇ ਸੀ, ਇਸ ਵਾਰ 10% ਤੱਕ ਕਰੋ। ਤਾਂ ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਨਾਲ ਜਾਂ ਮਹਿੰਗੀ ਬਿਜਲੀ ਖਰੀਦੀ ਜਾਣੀ ਹੈ ਕਿ ਜਿਹੜਾ ਅੱਗੇ ਐਕਸਚੇਂਜ 'ਚ ਭਾਅ 3-4 ਰੁਪਏ ਪ੍ਰਤੀ ਯੂਨਿਟ ਹੁੰਦਾ ਸੀ, ਇਸ ਵਾਰ 12 ਰੁਪਏ ਯੂਨਿਟ ਹੋ ਗਿਆ। ਕਿਉਂਕਿ ਸਾਰੇ ਮੁਲਕ ਦੇ ਵਿੱਚ ਜਿਹੜੀ ਡਿਮਾਂਡ ਵਧੀ ਹੈ, ਅਤੇ ਡਿਮਾਂਡ ਵਧ ਗਈ ਅਤੇ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਰੇਟ ਐਕਸਚੇਂਜ ਦੇ ਉਹ ਵੀ ਇਨਕਰੀਜ਼ ਹੋ ਗਏ। ਇੱਕ ਵਾਰ ਤਾਂ 18 ਤਾਂ 20 ਰੁਪਏ ਤੱਕ ਚਲੇ ਗਏ ਸੀ, ਮੁੜ ਕੇ ਫਿਰ ਇਹਨੂੰ ਫਿਕਸ ਕੀਤਾ ਗਿਆ ਕਿ ਮੈਕਸੀਮਮ ਜਿਹੜਾ 12 ਰੁਪਏ ਰੇਟ ਹੋਏਗਾ। ਤਾਂ ਲੱਗਦਾ ਹੈ ਕਿ ਪਾਵਰਕਾਮ ਨੂੰ ਘੱਟੋ ਘੱਟ ਇਸ ਝੋਨੇ ਦੇ ਸੀਜ਼ਨ ਦੇ ਵਿੱਚ 4000 ਕਰੋੜ ਰੁਪਇਆ ਜਿਹੜਾ ਵਾਧੂ ਹੈ
ਉਹ ਖਰਚ ਕਰਨਾ ਪਏਗਾ। ਹਾਲਾਂਕਿ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਟਾਈਮਲੀ ਹਰ ਚੀਜ਼ ਦੀ ਵਿਉਂਤਬੰਦੀ ਜਿਹੜੀ ਹੋਣੀ ਚਾਹੀਦੀ ਹੈ। ਹੁਣ ਜਦੋਂ ਅਸੀਂ ਬਜਟ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਬਜਟ ਦਾ ਸਿਰਫ 1.5% ਜਿਹੜਾ ਪਿਛਲੇ ਬਜਟ ਦੇ ਵਿੱਚ ਉਹ ਐਨਰਜੀ 'ਤੇ ਜਿਹੜਾ ਖਰਚ ਕੀਤਾ ਗਿਆ, ਹਾਲਾਂਕਿ ਨੈਸ਼ਨਲ ਐਵਰੇਜ ਹੈ ਜਿਹੜੀ ਉਹ 4.4 ਹੈ। ਇਕੱਲਾ ਪੰਜਾਬ ਫਿਕਰਮੰਦ ਨਹੀਂ, ਕੱਲ੍ਹ ਤੁਸੀਂ ਬਿਆਨ ਪੜ੍ਹਿਆ ਹੋਏਗਾ ਜਿਹੜੀ ਫਾਈਨਾਂਸ ਮਿਨਿਸਟਰ ਸਾਡੀ ਨਿਰਮਲਾ ਸੀਤਾਰਮਨ, ਉਹਨੇ ਵੀ ਇਸ ਗੱਲ 'ਤੇ ਫਿਕਰ ਜ਼ਾਹਰ ਕੀਤੇ ਨੇ। ਉਹਨਾਂ ਨੇ ਵੀ ਸਟੇਟਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਜਿਹੜੇ ਐਨਰਜੀ ਦੀ ਪਾਲਿਸੀ ਹੈ ਜਾਂ ਸਕੀਮ ਹੈ ਉਹਨੂੰ ਰਿਵਿਊ ਕਰੋ। ਉਹਨੇ ਕਿਹਾ ਕਿ ਸਟੇਟਾਂ ਆਪਸ 'ਚ ਮਿਲ ਕੇ ਜਾਂ ਕੇਂਦਰ ਨਾਲ ਮਿਲ ਕੇ ਤਾਂ ਹੀ ਇਸ ਸੰਕਟ ਦੇ ਵਿੱਚੋਂ ਬਾਹਰ ਆ ਸਕਦੀਆਂ ਨੇ। ਸੋ ਆਉਣ ਵਾਲੇ ਦਿਨ ਹੈ ਜਿਹੜੇ ਉਹ ਕਾਫੀ ਸੈਂਸੀਟਿਵ ਹੈ, ਖਾਸ ਕਰਕੇ ਬਿਜਲੀ ਦੇ ਐਂਗਲ ਤੋਂ, ਅਤੇ ਕਿਸਾਨ ਧਿਰਾਂ ਵੀ ਇਹਦੇ ਲਈ ਹੁਣ ਉਹਨਾਂ ਨੇ ਆਪਣੀ ਜਿਹੜੇ ਪੈਂਤੜਾ ਲੈਣਾ ਸ਼ੁਰੂ ਕਰ ਦਿੱਤਾ ਹੈ। ਜੀ ਚਰਨਜੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਸਮੇਂ ਦੀ ਵਿਉਂਤਬੰਦੀ ਦੀ, ਤਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਵੀ ਕਿ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਲਵਾਈ ਆ ਉਹ 18 ਜੂਨ ਤੋਂ ਸ਼ੁਰੂ ਕੀਤੀ ਜਾਵੇ, ਜਦੋਂ ਕਿ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ। ਉਹਨਾਂ ਦੀ ਮੰਗ ਹੈ ਵੀ ਕਿ 10 ਜੂਨ ਤੋਂ, ਜੋ ਕਿ ਪਹਿਲਾਂ 10 ਜੂਨ ਤੋਂ ਲਵਾਈ ਹੁੰਦੀ ਹੈ, ਉਸੇ ਤਰੀਕ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਬਿਜਾਈ ਦੀ ਪ੍ਰਵਾਨਗੀ ਦਿੱਤੀ ਜਾਵੇ। ਅਤੇ ਉਹਨਾਂ ਦੇ ਸਰਕਾਰ ਦੇ ਖਿਲਾਫ ਇੱਕ ਸੰਘਰਸ਼ ਦਾ ਵੀ ਐਲਾਨ ਕਰ ਦਿੱਤਾ। ਤੁਹਾਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਇੱਕ ਹੁਣ ਨਵਾਂ ਜਿਹੜਾ ਸੰਘਰਸ਼ ਆ ਸਰਕਾਰ ਲਈ ਨਵੀਂ ਮੁਸ਼ਕਲਾਂ ਖੜੀਆਂ ਹੋ ਗਈਆਂ ਨੇ? ਬਿਲਕੁਲ। ਜੋ ਦੇਖੋ ਪੰਜਾਬ ਦੇ ਵਿੱਚ ਇੱਕੋ ਵੇਲੇ ਕਿੰਨੇ ਤਰ੍ਹਾਂ ਦੇ ਸੰਕਟ ਹੈ ਜਿਹੜੇ ਉਹ ਸ਼ੁਰੂ ਹੋ ਗਏ ਨੇ। ਤਾਂ ਕਿਸਾਨਾਂ ਨੇ ਹੁਣ ਕੱਲ੍ਹ ਬਿਜਲੀ ਮੰਤਰੀ ਹਰਭਜਨ ਸਿੰਘ ETO ਹੋਰਾਂ ਨੇ ਇੱਕ ਮੀਟਿੰਗ ਲਈ ਹੈ ਕਿਸਾਨ ਧਿਰਾਂ ਦੀ, ਜਿਹਦੇ ਵਿੱਚ ਉਹਨਾਂ ਨੇ ਤੈਅ ਕਰਨਾ ਸੀ ਕਿ ਜਿਹੜੀ ਝੋਨੇ ਦੀ ਲਵਾਈ ਇੰਨੀ ਤਰੀਕ ਤੋਂ ਸ਼ੁਰੂ ਹੋ ਰਹੀ ਹੈ, ਇੰਨੇ ਘੰਟੇ ਅਸੀਂ ਬਿਜਲੀ ਦੇਵਾਂਗੇ। ਉਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਕਿਸਾਨ ਯੂਨੀਅਨਾਂ ਦੇ ਜਿਹੜੇ ਆਗੂ ਹੈ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਸੀਗੀ। ਤਾਂ ਪੰਜਾਬ ਸਰਕਾਰ ਨੇ ਇਸ ਵਾਰ 2 ਫੈਸਲੇ ਜਿਹੜੇ ਆਤਿਸ਼ ਨਵੇਂ ਲਏ ਸੀ। ਇੱਕ ਤਾਂ ਇਹ ਸੀ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਕੰਸੈਪਟ ਸੀ ਕਿ 20 ਮਈ ਤੋਂ ਲੈ ਕੇ 31 ਮਈ ਤੱਕ, ਉਹਦੇ ਵਿੱਚ ਟੀਚਾ ਜਿਹੜਾ ਖੇਤੀ ਮਹਿਕਮੇ ਨੇ ਮਿਥਿਆ ਹੈ ਕਿ 12 ਲੱਖ ਏਕੜ ਦੇ ਵਿੱਚ ਅਸੀਂ ਐਤਕੀ ਸਿੱਧੀ ਬਿਜਾਈ ਝੋਨੇ ਦੀ ਕਰਾਉਣੀ ਹੈ। ਉਹਨਾਂ ਨੂੰ ਲੱਗਦਾ ਕਿ ਇਸ ਦੇ ਨਾਲ ਕੀ ਹੈ, ਜਿੱਥੇ ਖੇਤੀ ਮਾਰ ਕਹਿੰਦੇ ਨੇ ਕਿ 20% ਦੀ ਜਿਹੜੀ ਪਾਣੀ ਦੀ ਬਚਤ ਹੋ ਜਾਏਗੀ, ਇਸ ਤਰ੍ਹਾਂ ਹੀ ਪ੍ਰਤੀ ਏਕੜ 1200 ਤੋਂ ਲੈ ਕੇ 1300 ਰੁਪਏ ਪ੍ਰਤੀ ਏਕੜ ਸਿੱਧੀ ਬਿਜਾਈ ਕਰਨਾ ਜਿਹੜੀ ਹੈਗੀ ਆ ਉਹ ਬਿਜਲੀ ਸਬਸਿਡੀ ਹੈ ਸਰਕਾਰ ਦੀ ਬਚੇਗੀ। ਪਰ ਸਰਕਾਰ ਨੇ ਇਹਦੇ ਨਾਲ ਹੀ ਚੀਫ ਮਿਨਿਸਟਰ ਨੇ ਇਹ ਗੱਲ ਕਹੀ ਹੈ ਕਿ ਜੋ ਵੀ ਕਿਸਾਨ ਸਿੱਧੀ ਬਿਜਾਈ ਕਰੇਗਾ ਤਾਂ ਉਹਨੂੰ ਅਸੀਂ ਜਿਹੜਾ 1500 ਰੁਪਇਆ ਇਨਸੈਂਟਿਵ ਦੇਵਾਂਗੇ। ਜੀ ਬਿਲਕੁਲ। ਤਾਂ ਇਹਦੇ ਨਾਲ ਤਕਰੀਬਨ 450 ਕਰੋੜ ਰੁਪਏ ਦੇ ਆਸ-ਪਾਸ ਹੈ ਜਿਹੜਾ ਬਣਦਾ ਹੈਗਾ। ਹੁਣ ਦੇਖਣਾ ਹੋਏਗਾ ਕਿ ਇਹ ਲੋਕ ਇਹਨੂੰ, ਕਿਸਾਨ ਇਸ ਨੂੰ ਕਿਸ ਤਰ੍ਹਾਂ ਰਿਸਪੌਂਡ ਕਰਦੇ ਨੇ, ਕਿੰਨੇ ਕੁ ਲੋਕ ਸਿੱਧੀ ਬਿਜਾਈ ਵੱਲ ਉਤਸ਼ਾਹਤ ਹੁੰਦੇ ਨੇ। ਇਹਦੇ ਨਾਲ ਦੂਜਾ ਪੈਂਤੜਾ ਜਿਹੜਾ ਮੁੱਖ ਮੰਤਰੀ ਦੀ ਇੱਕ ਆਪਣਾ ਫਾਰਮੂਲਾ ਸੀਗਾ ਕਿ ਪਾਣੀ ਦੀ ਬਚਤ ਲਈ ਔਰ ਬਿਜਲੀ ਦੀ ਬਚਤ ਦੇ ਲਈ ਇਸ ਵਾਰ ਜਿਹੜੀ ਝੋਨੇ ਦੀ ਲਵਾਈ ਹੈ ਉਹ ਇੱਕੋ ਵੇਲੇ ਸ਼ੁਰੂ ਕਰਨ ਦੀ ਥਾਂ ਪੜਾਅਵਾਰ ਕੀਤੀ ਜਾਵੇ। 18 ਜੂਨ ਤੋਂ ਲੈ ਕੇ 26 ਜੂਨ ਤੱਕ ਉਹਨਾਂ ਨੇ ਕਿਹਾ ਸੀ ਕਿ ਮਾਲਵੇ ਦੇ 2 ਅਲੱਗ-ਅਲੱਗ ਜ਼ੋਨ ਬਣਾ ਦਿੱਤੇ ਸੀ, ਮਾਝੇ ਔਰ ਦੁਆਬੇ ਦਾ ਜ਼ੋਨ ਬਣਾ ਦਿੱਤਾ ਗਿਆ ਸੀ। ਤਾਂ ਇਹਦੇ ਨਾਲ ਉਹਨਾਂ ਨੂੰ ਲੱਗਦਾ ਸੀ ਕਿ ਲੇਬਰ ਦੀ ਸ਼ਾਰਟੇਜ ਵੀ ਨਹੀਂ ਆਏਗੀ, ਪ੍ਰੋਕਿਉਰਮੈਂਟ ਵੇਲੇ ਵੀ ਥੋੜ੍ਹਾ ਸੌਖਾ ਹੋਏਗਾ ਔਰ ਬਿਜਲੀ ਜਿਹੜੀ ਕਿੱਲਤ ਹੈ ਉਹਦੇ ਨਾਲ ਵੀ ਨਜਿੱਠਿਆ ਜਾ ਸਕੇਗਾ। ਇਹ ਉਹਨਾਂ ਦਾ ਆਪਣਾ ਇੱਕ ਵਿਜ਼ਨ ਸੀਗਾ। ਪਰ ਕੱਲ੍ਹ ਜਦੋਂ ਬਿਜਲੀ ਮੰਤਰੀ ਨੇ ਮੀਟਿੰਗ ਲਈ ਤਾਂ ਉਹਦੇ ਵਿੱਚ ਜਿਹੜੀਆਂ ਕਿਸਾਨ ਧਿਰਾਂ ਨੇ ਉਹਨਾਂ ਨੇ ਬਿਲਕੁਲ ਇਸ ਗੱਲ ਨੂੰ ਜਿਹੜਾ ਹੈਗਾ ਰੱਦ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਹੈ ਜਿਹੜੀ ਜਾਂ ਲਵਾਈ ਹੈ ਜਿਹੜੀ ਉਹ 10 ਜੂਨ ਤੋਂ ਜਿਹੜੀ ਸ਼ੁਰੂ ਕੀਤੀ ਜਾਵੇ। ਔਰ 10 ਜੂਨ ਤੋਂ ਇਕੱਲੀ ਸ਼ੁਰੂ ਨਾ ਕੀਤੀ ਜਾਵੇ ਬਲਕਿ ਕਿਸਾਨਾਂ ਨੂੰ ਜਿਹੜਾ ਹੈਗਾ ਨਿਰਵਿਘਨ ਡੇਲੀ 8 ਘੰਟੇ ਜਿਹੜੀ ਬਿਜਲੀ ਸਪਲਾਈ ਹੈ ਖੇਤੀ ਸੈਕਟਰ ਨੂੰ ਉਹ ਵੀ ਯਕੀਨੀ ਬਣਾਈ ਜਾਵੇ। ਅਤੇ ਨਾਲ ਹੀ ਕਿਸਾਨਾਂ ਨੇ ਇਹ ਗੱਲ ਐਲਾਨ ਕਰ ਦਿੱਤਾ ਕਿ ਅਗਰ ਇੱਦਾਂ ਨਹੀਂ ਹੋਏਗਾ ਤਾਂ ਉਹ 17 ਮਈ ਤੋਂ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਆਪਣਾ ਪ੍ਰੋਟੈਸਟ ਹੈ ਜਿਹੜਾ ਉਹ ਕਰਨਗੇ, ਜਾਂ ਆਪਾਂ ਕਹਿ ਲਈਏ ਕਿ ਪੱਕਾ ਮੋਰਚਾ ਲਾਉਣਗੇ। ਤਾਂ ਸਰਕਾਰ ਲਈ ਇਹ ਇੱਕ ਨੌਬਤ ਵਾਲੀ ਗੱਲ ਹੈਗੀ ਹੈ। ਪਰ ਸਰਕਾਰ ਸਮਝਦੀ ਹੈ ਕਿ ਪਾਣੀ ਦਾ ਵੀ ਵੱਡਾ ਮਸਲਾ ਹੈਗਾ, ਧਰਤੀ ਹੇਠਲਾ ਪਾਣੀ ਵੀ ਖਤਮ ਹੋ ਰਿਹਾ ਸਾਡਾ। ਕਿੰਨੀ ਜਿਹੜੇ 70 ਤੋਂ 80% ਦੀ ਜਿਹੜੇ ਬਲਾਕ ਹੈ ਸਾਡੇ ਉਹ ਡਾਰਕ ਜ਼ੋਨ 'ਚ ਚਲੇ ਗਏ ਨੇ। ਪੰਜਾਬ ਹੈ ਜਿਹੜਾ, ਪੰਜਾਬ ਤਾਂ ਹੈ ਹੀ ਪਾਣੀ ਨਾਲ ਜੁੜਿਆ ਹੋਇਆ। ਜੇ ਪਾਣੀ ਹੈ ਤਾਂ ਪੰਜਾਬ ਹੈ, ਜੇ ਪਾਣੀ ਬਚੇਗਾ ਤਾਂ ਪੰਜਾਬ ਬਚੇਗਾ। ਇਸ ਕਰਕੇ ਸਰਕਾਰਾਂ ਦੀ ਪ੍ਰਾਇਓਰਟੀ ਕਿ ਅਸੀਂ ਪਾਣੀ ਵੀ ਬਚਾਉਣਾ ਅਤੇ ਨਾਲ ਬਿਜਲੀ ਸੰਕਟ ਦੇ ਨਾਲ ਵੀ ਅਸੀਂ ਨਜਿੱਠਣਾ ਹੈਗਾ। ਤਾਂ ਇਸੇ ਕਰਕੇ ਉਹਨਾਂ ਦੀ ਦਲੀਲ ਸੀ ਕਿ ਪੜਾਅਵਾਰ ਕੀਤਾ ਜਾਵੇ, ਥੋੜ੍ਹਾ ਲੇਟ ਕੀਤਾ ਜਾਵੇ। ਨੋਰਮਲੀ ਕੀ ਹੁੰਦਾ ਹੈ ਕਿ ਪਿਛਲੇ 3 ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ 13 ਜੂਨ ਤੋਂ ਝੋਨੇ ਦੀ ਲਵਾਈ ਹੈ ਜਿਹੜੀ ਸ਼ੁਰੂ ਹੋ ਰਹੀ ਹੈ। ਤਾਂ ਉਹਨਾਂ ਸਰਕਾਰ ਨੂੰ, ਇਸ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਲੱਗਦਾ ਕਿ ਜੇ ਅਸੀਂ 10-12 ਦਿਨ ਵੀ ਝੋਨੇ ਦੀ ਲਵਾਈ ਹੈ ਜਿਹੜੀ ਡਿਲੇ ਕਰ ਲਾਂਗੇ, ਉਹਦੇ ਨਾਲ ਪਾਣੀ ਦੀ ਬਚਤ ਹੋਏਗੀ ਤਾਂ ਉਹਦੇ ਨਾਲ ਅੱਗੇ ਮਾਨਸੂਨ ਵੀ ਹੈ ਜਿਹੜੀ ਨੇੜੇ ਜਾ ਵਜੇਗੀ। ਉਹਨੂੰ ਲੱਗਦਾ ਕਿ ਜੇ ਅਗੇਤੀ ਲਵਾਈ ਕਰਾਂਗੇ, ਅਗਰ ਮਾਨਸੂਨ ਪਛੜ ਗਈ ਤਾਂ ਕਿਸਾਨਾਂ ਦਾ ਜਿਹੜਾ ਝੋਨਾ ਉਹ ਫਿਰ ਸੁੱਕ ਜਾਏਗਾ।
ਤੇ ਬਿਜਲੀ ਨਹੀਂ ਹੋਏਗੀ ਤਾਂ ਫਿਰ ਕਿੱਥੋਂ ਉਹਦੀ ਪੂਰਤੀ ਹੋਏਗੀ, ਕਿੱਥੋਂ ਕਿਸਾਨਾਂ ਨੂੰ ਜਿਹੜਾ ਪਾਵਰਕੌਮ ਉਹ ਬਿਜਲੀ ਦੇ ਸਕੇਗਾ। ਫਿਰ ਉਹਦਾ ਰਾਹ ਉਹੀ ਹੈ ਕਿ ਦੂਸਰੇ ਪਾਸੇ ਕੱਟ ਲਾਉਣਾ ਪਏਗਾ। ਤਾਂ ਇਹ ਸਰਕਾਰ ਲਈ ਇੱਕ ਬੜੀ ਵੱਡੀ ਨੌਬਤ ਬਣਨੀ ਆਉਣ ਵਾਲੇ ਦਿਨਾਂ 'ਚ। ਚਾਹੀਦਾ ਕਿ ਮੁੱਖ ਮੰਤਰੀ ਟਾਈਮਲੀ ਇਸ ਮਸਲੇ 'ਤੇ ਗੌਰ ਕਰਨ ਔਰ ਕਿਸਾਨ ਧਿਰਾਂ ਨਾਲ ਜੋ ਵੀ ਮੀਟਿੰਗ ਕਰਨੀ ਉਹਨਾਂ ਆਗੂਆਂ ਨੂੰ ਮਿਲ ਕੇ ਉਹਨਾਂ ਨਾਲ ਇੱਕ ਤੈਅ ਕਰਨ, ਕਿਉਂਕਿ ਕਿਸਾਨਾਂ ਨੇ ਹਜੇ ਫਿਲਹਾਲ ਤਾਂ ਉਹਨਾਂ ਨੇ ਕਿਹਾ ਕਿ 10 ਜੂਨ ਤੋਂ ਅਸੀਂ ਝੋਨਾ ਲਵਾਵਾਂਗੇ, ਅਗਰ ਸਰਕਾਰ ਵਾਹੇਗੀ ਤਾਂ ਉਸ ਲਈ ਅੜਾਂਗੇ। ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜਿੱਥੇ ਮੇਨ ਵਿਉਂਤਬੰਦੀ ਕਰਨੀ, ਪਲੈਨਿੰਗ ਕਰਨੀ, ਉਹਦਾ ਪੂਰਾ ਪ੍ਰਬੰਧਨ ਕਰਨਾ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰਾਂ ਦਾ ਫਰਜ਼ ਬਣਦਾ ਹੈ। ਉੱਥੇ ਸਾਡਾ ਕਿਸਾਨ ਧਿਰਾਂ ਦਾ ਵੀ ਫਰਜ਼ ਬਣਦਾ ਹੈ, ਸਾਡੇ ਕਿਸਾਨਾਂ ਦਾ ਵੀ ਫਰਜ਼ ਬਣਦਾ ਹੈ, ਆਪਣਾ ਵੀ ਫਰਜ਼ ਬਣਦਾ ਹੈ ਕਿ ਵਾਤਾਵਰਨ ਨੂੰ ਬਚਾਉਣ ਲਈ, ਪਾਣੀ ਨੂੰ ਬਚਾਉਣ ਲਈ, ਪੰਜਾਬ ਨੂੰ ਬਚਾਉਣ ਲਈ ਸਰਕਾਰ ਕਿਸ ਦੀ ਮਰਜ਼ੀ ਹੋਵੇ, ਉਹਦੇ ਲਈ ਸਾਨੂੰ ਬਤੌਰ ਨਾਗਰਿਕ ਇਖਲਾਕੀ ਤੌਰ 'ਤੇ ਸਾਨੂੰ ਵੀ ਆਪਣਾ ਤਿਲ ਫੁੱਲ ਹੈ ਜਿਹੜਾ ਉਹ ਉਹਦੇ 'ਚ ਯੋਗਦਾਨ ਪਾਉਣਾ ਚਾਹੀਦਾ ਹੈ। ਤਾਂ ਆਉਣ ਵਾਲੇ ਦਿਨ ਸਰਕਾਰ ਲਈ ਬੜੇ ਨਾਜ਼ੁਕ ਨੇ, ਨਾਜ਼ੁਕ ਸਰਕਾਰ ਲਈ ਨਹੀਂ ਬਲਕਿ ਕਿਸਾਨਾਂ ਲਈ ਨੇ। ਤਾਂ ਇਹਨਾਂ ਕਿਸਾਨਾਂ ਨੂੰ ਇਸ ਸੰਕਟ ਦੇ ਵਿੱਚੋਂ ਕੱਢਣ ਦੇ ਲਈ ਜਾਂ ਬਿਜਲੀ ਸੰਕਟ ਟਾਲਣ ਦੇ ਲਈ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਔਰ ਲੋਕਾਂ ਨੂੰ ਉਹਦੇ ਸਹਿਯੋਗ ਦੇ ਲਈ ਉਹਨਾਂ ਦੇ ਨਾਲ ਤੁਰਨਾ ਚਾਹੀਦਾ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।